ਜਿਸ ਟਾਈਮ ਆਪਣਾ ਮਾਜ਼ੀ ਯਾਦ ਆਉਂਦਾ ਨਾ, ਦਿਲ ਕਰਦਾ ਆਪਣੇ ਹੱਥਾਂ ਤੇ ਚੱਕ ਮਾਰੀਏ। ਤੁਸੀਂ ਹੈਰਾਨ ਹੋਵੋਗੇ ਮੇਰੀ ਗੱਲ ਸੁਣ ਕੇ। ਪੂਰੀ ਰਾਤ ਮੈਨੂੰ ਨੀਂਦਰ ਨਹੀਂ ਆਈ, ਰੋ ਰੋ ਕੇ ਮੈਂ। 43 ਸਾਲ ਉਮਰ ਹੋ ਗਈ ਹੈ ਮੇਰੀ, 43 ਸਾਲ, ਤੇ ਅਜੇ ਤੱਕ ਮੇਰਾ ਵਿਆਹ ਨਹੀਂ ਹੋਇਆ। ਹੈ ਨਾ ਸੋਚਣ ਵਾਲੀ ਗੱਲ। ਪਾਕਿਸਤਾਨ ਸਾਂ, ਨਿੱਕੇ ਨਿੱਕੇ ਸਾਂ, ਤੇ ਬਸ ਇਹੀ ਜਨੂਨ ਆਇਆ ਕਿ ਕਿਸੇ ਤਰੀਕੇ ਨਾਲ ਬਾਹਰ ਟੁਰ ਜਾਈਏ। ਪਤਾ ਨਹੀਂ ਬਾਹਰ ਜਾ ਕੇ ਦਰਖਤਾਂ ਨਾਲ ਪੈਸੇ ਲੱਗੇ ਨੇ, ਉੱਥੋਂ ਜਾ ਕੇ ਜਾਂਦਿਆਂ ਸਾਥ ਲਾ ਲੈਣੇ ਨੇ। ਉਹ ਘਰਦਿਆਂ ਨੂੰ ਤੰਗ ਕੀਤੀ ਰਹਿਣਾ, ਮੈਂ ਬਾਹਰ ਜਾਣਾ, ਮੈਂ ਬਾਹਰ ਜਾਣਾ। ਉਹਨਾਂ ਮਜਬੂਰ ਆ ਕੇ ਕਰਜ਼ਾ ਚੁੱਕ ਕੇ ਉਹਨਾਂ ਆਖਿਆ ਇਹਨੂੰ ਕਿਸੇ ਤਰੀਕੇ ਨਾਲ ਬਾਹਰ ਟੋਰੋ। ਉਹਨਾਂ ਕਰਜ਼ਾ ਚੁੱਕਿਆ, ਮੈਨੂੰ ਬਾਹਰ ਟੋਰ ਦਿੱਤਾ। ਮੈਂ ਬਾਹਰ ਛਾਲਾਂ ਮਾਰਦਾ ਆਇਆ ਜੀ, ਮੈਂ ਬਾਹਰ ਆ ਗਿਆ, ਬਾਹਰ ਆ ਗਿਆ। ਬਾਹਰ ਉੱਥੇ ਜਨਾਬ ਡੇਰੇ ਤੇ ਪਹੁੰਚਦਾ ਗਿਆ। ਪਹੁੰਚਦਿਆਂ ਸਾਥ ਹੀ ਅਗਲਿਆਂ ਨੇ ਅਸਲਾਮ ਵਾਲੇਕਮ, ਵਾਲੇਕਮ ਸਲਾਮ, ਅੱਛਾ ਜੀ ਨਿੱਕੇ ਦਾ ਵੀ ਨਾਂ ਲਿਖ ਦਿਓ ਹਰਚੇ ਵਿੱਚ। ਆਉਂਦਿਆਂ ਸਾਥ ਉਹਨਾਂ ਕਾਪੀ ਬਣਾਈ ਸੀ, ਉਹਨਾਂ ਜਨਾਬ ਨਿੱਕੇ ਦਾ ਨਾਂ ਲਿਖ ਛੜਿਆ ਵੀ ਇਹਦਾ ਵੀ ਹੁਣ ਹਰਚਾ ਸ਼ੁਰੂ। ਸਾਨੂੰ ਕੀ ਪਤਾ ਸੀ ਕਿ ਹਰਚਾ ਕੀ ਹਿਸਾਬ ਹੈ। ਨਾਲ ਹੀ ਕਹਿੰਦੇ ਨੇ ਆ ਜਾ ਕਿਚਨ 'ਚ। ਕਿਚਨ 'ਚ ਲੈ ਗਏ। ਉਹਨੇ ਤੈਨੂੰ ਦੱਸੀਏ ਇਸ ਤਰ੍ਹਾਂ ਪਿਆਜ਼ ਕੱਟੀ ਦੇਣੀ, ਇਸ ਤਰ੍ਹਾਂ ਟਮਾਟਰ ਕੱਟੀ ਦੇਣੀ, ਇਸ ਤਰ੍ਹਾਂ ਹਾਂਡੀ ਧੋਈ ਦੀ ਆ, ਇਹ ਸਾਬਣ ਹੀ। ਤੂੰ ਜਨਾਬ ਸਾਰੀਆਂ ਚੀਜ਼ਾਂ ਦੱਸ ਕੇ ਇਹ ਮਸਾਲਾ ਬਣਾਉਣੀ, ਤੇ ਵਿੱਚ ਤੂੰ ਸੱਟਣੀਆਂ ਸਾਰੀਆਂ ਚੀਜ਼ਾਂ, ਤੇ ਹਾਂਡੀ ਬਣ ਜਾਣੀ ਹੈ। ਇਸ ਤਰ੍ਹਾਂ ਜਨਾਬ ਉਹਨਾਂ ਹਾਂਡੀ ਦੀ ਜਾਚ ਸਿਖਾ ਦਿੱਤੀ। ਕਹਿੰਦੇ ਰੋਜ਼ ਜੀ ਹਾਂਡੀ ਬਣਾ ਦਿਆ ਕਰ, ਤੇਰੇ ਵਾਸਤੇ ਕੰਮ ਪਤਾ ਕਰਨੇ ਆ। ਮੈਂ ਚਲੋ ਜੀ ਠੀਕ ਹੈ। ਜਿੰਨੇ ਆਉਣਾ ਭਾਈ ਭਾਈ ਉਹਦੇ ਅੱਗੇ ਰੋਟੀ ਬਣਾ ਕੇ ਨਾਲ ਸਾਲਣ ਗਰਮ ਕਰਕੇ, ਜੋ ਹੀ ਕੰਮ ਤੂੰ ਆਉਣਾ ਅਗਲੇ ਨੇ ਨਹਾ ਧੋ ਕੇ ਬਹਿਣਾ ਤੇ ਰੋਟੀ ਉਹਦੇ ਅੱਗੇ ਰੱਖ ਦੇਣੀ। ਕਿਉਂਕਿ ਨਵੇਂ ਨਵੇਂ ਸਾਂ ਦਿਲ ਇਹ ਸੀ ਕਿ ਚਲੋ ਅਗਲੇ ਦੇ ਦਿਲ 'ਚ ਜਗ੍ਹਾ ਬਣਾਈਏ। 10-15 ਦਿਨ ਗੁਜ਼ਰ ਗਏ, ਰੋਜ਼ ਪੁੱਛਣਾ ਭਾਈ ਕੰਮ ਕੰਮ, ਆ ਤੇਰੀ ਕੀਤੀ ਹੈ ਗੱਲ, ਤੇਰੀ ਕੀਤੀ ਹੈ ਗੱਲ, ਹੋ ਜਾਏਗਾ ਤੇਰਾ ਕੰਮ। ਅੱਛਾ ਚਲੋ ਜੀ ਠੀਕ ਹੈ, ਹੋ ਜਾਏਗਾ। ਇੱਕ ਤੁਹਾਡੇ ਆਪਣੇ ਕੰਨਾਂ ਨਾਲ ਸੁਣ ਲਿਆ ਨਾ, ਗੁਨਾਹਗਾਰ ਕੰਨਾਂ ਨਾਲ ਸੁਣ ਲਿਆ ਕਿ ਆਪੇ 'ਚ ਗੱਲ ਯਾਰ ਇੱਕ ਜਗ੍ਹਾ ਤੇ ਗੁੰਜਾਇਸ਼ ਹੈ, ਇਹਨੂੰ ਲਵਾ ਨਾ ਦੀਏ ਕੰਮ ਤੇ। ਦੂਸਰਾ ਬੋਲਿਆ, ਉਹ ਕਹਿੰਦਾ ਰਹਿਣ ਦੇ ਸੋਈਏ ਕੋਈ 4 ਦਿਹਾੜੇ ਵਿਹਲਾ, ਆਉਂਦਿਆਂ ਸਾਥ ਇਹਨੂੰ ਕੰਮ ਤੇ ਲਵਾ ਦਈਏ। ਕੋਈ ਨਹੀਂ ਕਿਸੇ ਨੂੰ ਕਦਰ ਹੁੰਦੀ। ਬੜਾ ਦੁੱਖ ਹੋਇਆ ਯਾਰ, ਇਹ ਕੀ ਪਿਆ ਕਹਿੰਦਾ, ਨਾਲੇ ਆਂਡੀ ਰੋਟੀ ਘਰ ਪਿਆ ਕਰਦਾ ਠੀਕ ਹੈ। ਬੜਾ ਦੁੱਖ ਹੋਇਆ ਗੱਲ ਸੁਣ ਕੇ। ਬਹਰਹਾਲ ਕੋਈ ਨਹੀਂ, ਚੁੱਪ ਕਰ ਗਏ। ਦੂਜਾ ਮੁੰਡਾ ਜਿਹੜਾ ਸੀ ਉਹ ਮੈਂ ਸਮਝਿਆ ਚੰਗਾ, ਉਹਦੇ ਨਾਲ ਗੱਲ ਕੀਤੀ। ਉਹ ਕਹਿੰਦਾ ਯਾਰ ਇੱਥੇ ਸਾਰੇ ਇੰਜ ਹੀ ਸਿਸਟਮ ਹੈ, ਤੂੰ ਕਿ ਜਿਹੜਾ ਮਰਜ਼ੀ ਜਿਹਦੇ ਨਾਲ ਗੱਲ ਕਰੇਗਾ ਇਹ ਹੀ ਗੱਲ ਕਰੇਗਾ। ਫਿਰ ਭਾਈਏ ਨੂੰ, ਭਾਈਆ ਬਾਹਰ ਹੀ ਸੀ, ਉਹਦੇ ਨਾਲ ਗੱਲ ਕੀਤੀ ਫੋਨ ਤੇ ਵੀ ਭਾਈ ਇਹ ਗੱਲ ਹੈ। ਉਹ ਕਹਿੰਦਾ ਕੋਈ ਨਹੀਂ ਤੂੰ ਬਾਹਰ ਨਿਕਲ ਜਾ ਕੇ ਆਪੇ ਕੰਮ ਲੱਭ ਜਾਏਗਾ। ਬਾਹਰ ਮੈਂ ਨਿਕਲਿਆ, ਪੈਦਲ ਅੱਗੇ ਪਿੱਛੇ ਚੱਕਰ ਲਾਇਆ, ਤੇ ਵਾਪਸੀ ਤੇ ਆਏ। ਉਹ ਕਹਿੰਦੇ ਕਿੱਧਰ ਗਏ ਅਸੀਂ? ਮੈਂ ਬਾਹਰ ਚੱਕਰ ਲਾਉਣਾ। ਉਹ ਬਾਹਰ ਨਾ ਜਾਈ, ਬਾਹਰ ਨਾ ਜਾਈ। ਮੈਂ ਕਿਉਂ? ਕਹਿੰਦੇ ਬਾਹਰ ਪੁਲਿਸ ਵਾਲੇ ਪਕੜ ਲੈਂਦੇ ਨਵੇਂ ਬੰਦੇ ਨੂੰ। ਮੈਂ ਡਰ ਗਿਆ, ਮੈਂ ਘਰ ਆ ਕੇ ਫਿਰ ਬਹਿ ਗਿਆ। ਫਿਰ ਭਾਈਏ ਨੂੰ ਫੋਨ ਮਾਰਿਆ, ਮੈਂ ਕਿਹਾ ਇਹ ਗੱਲ ਪਿਆ। ਉਹ ਕਹਿੰਦਾ ਕੋਈ ਨਹੀਂ ਪਕੜਦੇ ਇੱਥੇ, ਤੂੰ ਜਾ ਫਿਰ ਟੁਰ ਬਾਹਰ। ਮੈਂ ਠੀਕ ਹੈ। ਬਾਹਰ ਮੈਂ ਫਿਰਦਾ ਟੁਰਦਾ ਆਇਆ ਪਿਆ, ਤੇ ਇੱਕ ਤੱਕਿਆ ਇੱਕ ਪਾਕਿਸਤਾਨੀ ਨੇ ਹੱਥ 'ਚ ਰੇਹੜੀ ਫੜੀ ਤੇ ਇੰਜ ਪਿਆ ਫਿਰੇ। ਮੈਂ ਉਹਨੂੰ ਆਖਿਆ ਭਾਈ ਜੀ ਪਾਕਿਸਤਾਨੀ ਹੋ? ਕਹਿੰਦਾ ਜਾ ਪਾਕਿਸਤਾਨੀ ਆ। ਤੇ ਮੈਂ ਕੀ ਪੇ ਕਰਦੇ ਹੋ? ਕਹਿੰਦਾ ਯਾਰ ਕੰਮ ਨਹੀਂ ਲੱਭਦਾ ਪਿਆ, ਤੇ ਇਸ ਤਰ੍ਹਾਂ ਜਿਹੜਾ ਨਾ ਚੀਜ਼ਾਂ ਸ਼ੀਜ਼ਾਂ ਚੁੱਕਣ ਲੱਗੀਆਂ ਅੱਗੋਂ ਪਿੱਛੋਂ। ਮੈਂ ਕਿਹਾ ਠੀਕ ਹੈ, ਫਿਰ ਤਾਰਾਂ ਚੁੱਕੀਆਂ ਲੋਹੇ ਦੀਆਂ ਕਿਧਰੇ। ਮੈਂ ਕਿਹਾ ਤੇ ਇਹਨਾਂ ਨੂੰ ਕਿਸ ਤਰ੍ਹਾਂ ਕਰਦੇ ਹੋ? ਕਹਿੰਦਾ ਇਹਨੂੰ ਜਾ ਕੇ ਵੇਚਣਾ, ਗੱਤੇ ਚੁੱਕੇ। ਕਹਿੰਦਾ ਇਹਨੂੰ ਵੇਚਣਾ, ਕੋਈ 2-4 ਯੂਰੋ ਲੱਭ ਜਾਂਦੇ ਨੇ, ਆਪਣਾ ਖਰਚਾ ਬਣ ਜਾਂਦਾ। ਮੈਂ ਕਿਹਾ ਇਹ ਤੇ ਕੰਮ ਠੀਕ ਹੈ। ਮੈਂ ਭਾਈ ਮੈਂ ਵੀ ਇਹ ਕਰ ਸਕਣਾ? ਕਹਿੰਦਾ ਕਰ ਲੈ ਤੂੰ ਵੀ, ਇਹ ਕਿਹੜਾ ਕੋਈ ਮੈਂ ਤੈਨੂੰ ਲਵਾਉਣਾ ਕੰਮ ਤੇ, ਤੂੰ ਆਪੂ ਫੇਰ ਟੁਰ ਕੇ ਇਕੱਠਾ ਕਰਨੀ। ਮੈਂ ਕਿਹਾ ਯਾਰ ਇਹਦੀ ਰੇਹੜੀ ਜਿਹੜੀ ਤੇਰੇ ਕੋਲ ਹੈ ਮੈਨੂੰ ਲੱਭ ਜਾਏਗੀ? ਕਹਿੰਦਾ ਲੱਭ ਜਾਏਗੀ ਰੇਹੜੀ, ਕਿਹੜੀ ਗੱਲ ਹੈ? ਕਹਿੰਦਾ ਮੇਰੇ ਕੋਲ ਪਈ ਹੈ। ਉਹਨੇ ਜਨਾਬ ਮੈਨੂੰ ਰੇਹੜੀ ਦਿੱਤੀ। ਕਹਿੰਦਾ ਇਸ ਏਰੀਏ 'ਚ ਤੂੰ ਟੁਰ ਜਾ, ਇਸ ਏਰੀਏ 'ਚ ਮੈਂ ਟੁਰ ਜਾਂਦਾ, ਤੇ ਉੱਥੋਂ ਜਿਸੇ ਇੱਥੇ ਮੁਲਾਕਾਤ ਹੋ ਜਾਏਗੀ ਦਵਾਂ ਦੀ। ਮੈਂ ਠੀਕ ਹੈ ਜਨਾਬ। ਫਿਰੇ ਟੁਰੇ, ਤਾਰਾਂ ਸ਼ਾਰਾਂ ਇਕੱਠੀਆਂ ਕੀਤੀਆਂ ਲੋਹੇ ਦੀਆਂ, ਅੱਗੂ ਪਿੱਛੂ ਜੋ ਵੀ ਹੈ ਕਚਰਾ ਮਚਰਾ ਇਕੱਠਾ ਕਰਕੇ ਜਾ ਕੇ ਵੇਚਿਆ। 4 ਯੂਰੋ ਲੱਭੇ। ਬੜਾ ਖੁਸ਼ ਹੋਇਆ, ਮੈਂ ਕਮਾ ਕੇ ਲਿਆਂਦੇ ਨੇ 4 ਯੂਰੋ। ਭਾਈਏ ਨੂੰ ਦੱਸਿਆ। ਉਹ ਕਹਿੰਦਾ ਤੂੰ ਕਿਹੜਾ ਕੰਮ ਸ਼ੁਰੂ ਕਰ ਲਿਆ? ਉਹ ਮੈਂ ਕਿਹਾ ਹੈ ਯਾਰ ਇਹ ਕੁਝ ਨਹੀਂ ਹੁੰਦਾ, ਇਹਦੇ ਕਿਹੜੀ ਗੱਲ ਆ, ਚੌਧਰੀ ਪਾਕਿਸਤਾਨ ਹੀ ਰਹਿ ਗਿਆ, ਇੱਥੇ ਅਸੀਂ ਆ ਗਏ ਹਾਂ, ਬਸ ਠੀਕ ਹੈ ਹੁਣ। ਉਹ ਜਨਾਬ ਕੰਮ ਕੀਤਾ, ਤੇ ਇੰਝ ਫਿਰਦਾ ਪਿਆ, ਤੇ ਤਾਰਾਂ ਢੂੰਡਦਾ ਸਾ ਪਿਆ। ਇੱਕ ਕੰਸਟਰਕਸ਼ਨ ਹੋ ਰਹੀ ਸੀ ਉੱਥੇ, ਤੇ ਉਹਨਾਂ ਕੋਲ ਜਿਸੇ ਉੱਥੇ ਗਿਆ ਮੈਂ ਤਾਰਾਂ ਸ਼ਾਰਾਂ ਤੱਕ ਪਿਆ। ਕਹਿੰਦਾ ਤੂੰ ਜਵਾਨ ਜਹਾਨ ਹੈ ਤੇ ਤੂੰ ਕੰਮ ਨਹੀਂ ਕਰਦਾ? ਮੈਂ ਕਿਹਾ ਕੰਮ ਲੱਭਦਾ ਹੀ ਨਹੀਂ। ਕਹਿੰਦਾ ਤੂੰ ਕੰਮ ਕਰਨਾ ਹੈ? ਮੈਂ ਕਿਹਾ ਆਹੋ ਕੰਮ ਕਰਨਾ ਹੈ। ਕਹਿੰਦਾ ਠੀਕ ਹੈ ਆ ਜਾ, ਛੱਡ ਰੇੜੀ ਨੂੰ, ਇੱਥੇ ਆ ਜਾ ਅੰਦਰ। ਉਹਨੇ ਜਨਾਬ ਕੰਮ ਤੇ ਲਾ ਲਿਆ ਮੈਨੂੰ। ਅੰਦਰੋਂ ਸਫਾਈ ਸ਼ਾਈ ਕੀਤੀ, ਝਾੜੂ ਛਾੜੂ ਮਾਰਿਆ, ਸਿਮਟ ਸ਼ਿਮਟ ਚੰਗਾ ਜ਼ੋਰ ਲਾ ਕੇ ਕੰਮ ਕੀਤਾ। ਮੈਂ ਕਿਹਾ ਅਗਲੇ ਨੂੰ ਪਤਾ ਲੱਗੇ ਕਿ ਕੰਮ ਕਰ ਲੈਂਦਾ। ਜਨਾਬ ਕੰਮ ਕੀਤਾ, ਜਿਸੇ ਸ਼ਾਮ ਹੋਈ ਅਗਲੇ ਨੇ 30 ਯੂਰੋ ਦਿੱਤੇ ਮੈਨੂੰ। ਮੇਰੇ ਤੇ ਪੈਰ ਹੀ ਨਾ ਜ਼ਮੀਨ ਤੇ ਲੱਗਣ। ਮੈਂ ਕਿਹਾ ਲੈ ਵੀ 30 ਯੂਰੋ ਕਮਾ ਲਏ ਨੇ। ਵਾਪਸੀ ਤੇ ਆਉਂਦਿਆਂ ਲਾਲੇ ਨੂੰ ਫੋਨ ਮਾਰਿਆ, ਮੈਂ ਕਿਹਾ 30 ਯੂਰੋ ਕਮਾਏ ਨੇ। ਕਹਿੰਦਾ ਕਿਆ ਬਾਤ ਹੈ, ਠੀਕ ਹੋ ਗਿਆ, ਚਲੋ ਚਲੋ ਕੰਮ ਕਰ ਮਿਹਨਤ ਨਾਲ। ਮੈਂ ਕਿਹਾ ਠੀਕ ਹੈ। ਦੂਜੇ ਦਿਨ ਫੇਰ ਟੁਰ ਗਿਆ। ਮਹੀਨਾ ਇਸੇ ਤਰ੍ਹਾਂ ਲਾਇਆ ਮੈਂ। ਮਹੀਨੇ ਬਾਅਦ ਮੈਨੂੰ ਕਹਿੰਦਾ ਹੁਣ ਤੂੰ ਇੰਝ ਕਰ, ਉੱਥੇ ਇੱਕ ਬੰਦੇ ਨਾਲ ਲਾਈ, ਉਸ ਕਹਿੰਦਾ ਇਹਨੂੰ ਮਿਸਤਰੀਆਂ ਦਾ ਕੰਮ ਸਿਖਾ। ਮਿਸਤਰੀਆਂ ਦਾ ਕੰਮ ਸਿਖਾਉਣ ਲੱਗ ਪਿਆ ਜਨਾਬ ਮੈਂ। ਜਿਉਂ ਜਿਉਂ ਮਿਸਤਰੀਆਂ ਦਾ ਕੰਮ ਸਿੱਖਿਆ ਤਾਂ ਮੈਂ ਕਾਰੀਗਰ ਹੋ ਗਿਆ। ਤੇ ਉਹਨੇ ਮੈਨੂੰ ਆਖਿਆ ਤੇਰੀ 60 ਯੂਰੋ ਦਿਹਾੜ ਹੈ ਹੁਣ।
ਮੈਂ ਕਿਹਾ ਲੈ ਵੀ ਦਿਹਾੜ ਠੀਕ ਹੋ ਗਈ। ਮੈਂ ਆ ਕੇ ਆਪਣੇ ਡੇਰੇ ਤੇ ਦੱਸਿਆ, ਮੈਂ ਕਿਹਾ ਇਸ ਤਰ੍ਹਾਂ 60 ਯੂਰੋ ਮੇਰੀ ਦਿਹਾੜ ਹੋ ਗਈ ਹੈ। ਜਿਸੇ ਦੱਸਿਆ ਨਾ ਉਹਨਾਂ ਨੂੰ, ਉਹ ਕਹਿੰਦੇ ਨੇ ਸਾਨੂੰ 5-5 ਸਾਲ ਹੋ ਗਏ ਨੇ ਮਿਸਤਰੀਆਂ ਦਾ ਕੰਮ ਕਰਦਾ, ਸਾਡੀ 50 ਯੂਰੋ ਹੈ, ਤੇਰੀ 60 ਕਿੱਥੋਂ ਹੋ ਗਈ ਹੈ। ਮੈਂ ਕਿਹਾ ਬਸ ਉਹਨੇ ਕਰ ਦਿੱਤੀ ਹੈ 60। ਕਹਿੰਦਾ ਨਹੀਂ ਸਾਨੂੰ ਵੀ ਨੰਬਰ ਦਿਓ ਦਾ ਅਸੀਂ ਉਹਦੇ ਨਾਲ ਗੱਲ ਕਰੀਏ। ਮੈਂ ਕਿਹਾ ਤੁਸਾਂ ਕੀ ਗੱਲ ਕਰਨੀ ਹੈ, ਮੇਰੀ ਰੋਜ਼ੀ ਲੱਗੀ ਹੈ, ਹੁਣ ਤੁਸਾਂ ਕੀ ਉਹਦੇ ਨਾਲ ਗੱਲ ਕਰਨੀ ਹੈ। ਕਹਿੰਦਾ ਨਹੀਂ ਫੇਰ ਵੀ ਪਤਾ ਤੇ ਕਰੀਏ ਨਾ ਬਈ ਕਿ ਇਹ ਕੰਮ ਸ਼ਮ ਹੋਣਾ ਹੋਰ ਉਹਦੇ ਕੋਲ। ਤੇ ਮੈਂ ਕਿਹਾ ਨਹੀਂ ਉਹਦੇ ਕੋਲ ਹੋਰ ਕੰਮ ਕੋਈ ਨਹੀਂ ਹੈ, ਤੁਸੀਂ ਰਹਿਣ ਦਿਓ। ਤੇ ਉਹ ਜਨਾਬ ਇਸੇ ਤਰ੍ਹਾਂ ਕਰਦਿਆਂ ਮੈਂ ਕਾਰੀਗਰ ਹੋ ਗਿਆ। ਜਿਸ ਕਾਰੀਗਰ ਹੋਇਆ ਤੇ ਠੀਕ ਠਾਕ ਕੰਮ ਉਹਨੇ ਸਹਾਜ ਦਾ ਭਲਾ ਹੋਵੇ ਉਹਦਾ, ਤੇ ਚੰਗੀ ਟਿਕਾ ਕੇ ਮਿਹਨਤ ਕੀਤੀ ਹੈ। ਤੇ ਜਨਾਬ ਉਹ ਜਿਹੜਾ ਮੁੰਡਾ ਮੇਰੇ ਨਾਲ ਰੇਹੜੀ ਤੇ ਗਾਂ ਚੁੱਕਦਾ ਨਾ, ਉਹਨੂੰ ਵੀ ਮੈਂ ਨਾਲ ਲਵਾ ਲਿਆ ਉੱਥੇ। ਜਨਾਬ ਉਹ ਵੀ ਮਿਸਤਰੀ ਬਣ ਗਿਆ। ਉਹ ਆਸਤਾ ਆਸਤਾ ਉਹਨੇ ਜ਼ਿਆਦਾ ਤਰੱਕੀ ਕਰ ਲਈ। ਉਹ ਜਨਾਬ ਇਸ ਟਾਈਮ ਕਰੋੜਾਂ 'ਚ ਕਿ ਬੜਾ ਲੰਮਾ ਉਹਦੀਆਂ 6-7 ਮਾਰਕੀਟਾਂ ਨੇ ਇੱਥੇ ਹੁਣ, ਚੰਗਾ ਛਾਏ ਆ ਉਹ ਮੁੰਡਾ ਹੁਣ। ਤੇ ਅਸੀਂ ਵੀ ਅਲਹਮਦੁਲਿਲਾ ਠੀਕ ਹਾਂ। ਲੇਕਿਨ ਕਹਿਣ ਦਾ ਇਹ ਮਕਸਦ ਹੈ ਕਿ 43 ਸਾਲਾਂ 'ਚ ਕੋਈ 12 ਮਹੀਨੇ ਪਿਛਾਂ ਗਏ ਹੋਵਾਂਗੇ। ਮਤਲਬ ਛੁੱਟੀ ਕਿਰੇ ਗਏ 15 ਦਿਨ ਦੀ, ਕਿਰੇ 20 ਦਿਨਾਂ ਦੀ, ਕਿਰੇ ਮਹੀਨਾ ਰਹਿ ਲਿਆ। ਤੋ ਬਸ ਐਸੇ ਤਰ੍ਹਾਂ ਹੀ ਜੀ ਰਿਸ਼ਤਾ ਕਰਨੇ ਆ ਅਸੀਂ ਆ ਚਲੋ ਕਰ ਲੈਂਦੇ ਹਾਂ। ਪੈਸਿਆਂ ਦਾ ਸਵਾਦ ਪਿਆ, ਪੈਸੇ ਕਮਾਉਂਦੇ ਸਾਂ ਪਏ। ਆਖਿਆ ਚਲੋ ਆਪੇ ਦੇਖ ਲਾਂਗੇ ਜਦੋਂ ਵਕਤ ਆਇਆ ਵਿਆਹ ਵੀ ਹੋ ਜਾਏਗਾ। ਉਹ ਜੂੰ ਖੁੱਬੇ ਆਖਿਆ ਇਹ ਕੰਮ ਕਾ ਲਈਏ ਫਲਾਣਾ ਕਰ ਲਈਏ, ਹੁਣ ਆਪਣਾ ਇੱਥੇ ਕੋਈ ਘਰ ਹੋ ਜੇ ਬਾਹਰ। ਤੋ ਬਸ ਇਹਨਾਂ ਚੱਕਰਾਂ 'ਚ ਹੀ ਨਾ ਉਮਰ ਇੰਜ ਕੱਢ ਦਿੱਤੀ ਹੈ। ਤੇ ਪਿੱਛੂ ਜਿਹੜਾ ਦੂਜਿਆਂ ਦੇ 5-5 ਬੱਚੇ ਹੋ ਗਏ ਨੇ, ਤੇ ਅਸੀਂ ਆਈਏ ਉੱਥੇ ਦੇ ਉੱਥੇ ਹੀ ਬੈਠੇ ਹਾਂ। ਤੇ ਪਰਦੇਸ ਐਡਾ ਸੌਖਾ ਨਹੀਂ ਹੈ। ਇੱਥੇ ਕੋਈ ਦਰਖਤਾਂ ਨਾਲ ਨਹੀਂ ਪੈਸੇ ਲੱਗੇ ਹੁੰਦੇ, ਬੜੇ ਹੀ ਔਖੇ ਜਾ ਕੇ ਕਮਾਉਣ ਹੁੰਦੇ ਨੇ। ਤੇ ਬੜੀਆਂ ਹੀ ਮਿਹਨਤਾਂ ਕੀਤੀਆਂ ਨੇ ਤਾਂ ਜਾ ਕੇ ਇੱਥੋਂ ਤੱਕ ਪਹੁੰਚੇ ਹਾਂ। ਕਾਗਜ਼ ਲੈਣਾ ਵੀ ਇੱਥੇ ਬੜਾ ਮੁਸ਼ਕਿਲ ਕੰਮ ਹੈ। ਕਾਗਜ਼ ਵੀ ਜਿਹੜਾ ਇੱਕ ਮੈਂ ਕਹਿਣਾ ਕਿਸੇ ਜੰਗ ਤੋਂ ਘੱਟ ਨਹੀਂ ਹੈ। ਕਾਗਜ਼ ਵੀ ਜਾ ਕੇ 8-10 ਸਾਲਾਂ ਨੂੰ ਲੱਭਦੇ ਨੇ। ਤੇ ਇੰਨੀ ਦੇਰ ਨੂੰ ਬੰਦੇ ਦੀ ਉਂਝ ਬੱਸ ਹੋ ਜਾਂਦੀ ਹੈ, ਮਿਹਨਤ ਕਰ ਕਰਕੇ ਉਹ ਪੈਸਾ ਜਿਹੜਾ ਭਾਈ ਬੜਾ ਮੁਸ਼ਕਿਲ ਹੈ। ਸ਼ੁਕਰੀਆ। ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਇਹਨੂੰ ਪਲੀਜ਼ ਸਬਸਕ੍ਰਾਈਬ ਤੇ ਲਾਈਕ ਕਰ ਦਿਓ। ਥੈਂਕ ਯੂ। ਅੱਲਾ ਹਾਫਿਜ਼।